ਵੱਧਦਾ ਤਾਪਮਾਨ ਤੇ ਕੁਦਰਤੀ ਆਫਤਾਂ। ਦੁਨੀਆ ਦੇ ਵਿਕਸਿਤ ਦੇਸ਼ ਹਵਾ ਵਿੱਚ ਵੱਧਦੇ ਕਾਰਬਨ ਅਤੇ ਉਸ ਨਾਲ ਵੱਧਦੇ ਧਰਤੀ ਦੇ ਤਾਪਮਾਨ ਤੋਂ ਚਿੰਤਤ ਹਨ। ਤਾਪਮਾਨ ਵਧਣ ਨਾਲ ਗਲੇਸ਼ੀਅਰ ਪਿਘਲਣੇ ਸ਼ੁਰੂ ਹੋ ਗਏ ਹਨ। ਸੰਨ 1750 ਦੇ ਮੁਕਾਬਲੇ ਹੁਣ ਵਾਯੂਮੰਡਲ ਦਾ ਤਾਪਮਾਨ 110 ਸੈਂਟੀਗ੍ਰੇਡ ਵੱਧ ਗਿਆ ਹੈ, ਜਿਹੜਾ 2050 ਤੱਕ 200 ਸੈਂਟੀਗ੍ਰੇਡ ਤੱਕ ਹੋ ਸਕਦਾ ਹੈ। ਇਸ ਨਾਲ ਗਲੇਸ਼ੀਅਰ ਪਿਘਲਣ ਕਾਰਨ ਦੁਨੀਆ ਦੇ ਕਈ ਸ਼ਹਿਰ ਸਮੁੰਦਰ ਵਿੱਚ ਡੁੱਬ ਜਾਣਗੇ। ਕੁਦਰਤੀ ਆਫਤਾਂ, ਸਾਈਕਲੋਨ, ਬੱਦਲ ਫਟਣੇ, ਹੜ੍ਹ ਆਉਣੇ ਅਤੇ ਸੋਕਾ ਪੈਣ ਨੂੰ ਵੱਧਦੇ ਤਾਪਮਾਨ ਨਾਲ ਹੀ ਜੋੜ ਕੇ ਵੇਖਿਆ ਜਾਂਦਾ ਹੈ। ਇਸ ਦਾ ਕਾਰਨ ਹੈ ਵਾਯੂਮੰਡਲ ਵਿੱਚ ਵੱਧਦੀਆਂ ਗ੍ਰੀਨ ਹਾਊਸ ਗੈਸਾਂ। ਹਵਾ ਵਿੱਚ 78% ਨਾਈਟ੍ਰੋਜਨ, 21% ਆਕਸੀਜਨ, 0.9% ਆਰਗੋਨ ਅਤੇ 0.1% ਹੋਰ ਗੈਸਾਂ ਹਨ। ਅੱਗੇ 0.1% ਵਿੱਚ ਪਾਣੀ ਮਿਲ ਨਮੀ, ਵੱਧ ਤੋਂ ਵੱਧ 4% ਕਾਰਬਨ ਡਾਈਆਕਸਾਈਡ, 0.030% ਮੀਥੇਨ, ਨਿਓਨ ਅਤੇ ਨਾਈਟਰਸ ਆਕਸਾਈਡ ਵਰਗੀਆਂ ਗੈਸਾਂ ਹੁੰਦੀਆਂ ਹਨ। ਕਾਰਬਨ ਡਾਈਆਕਸਾਈਡ, ਨਮੀ, ਮੀਥੇਨ ਅਤੇ ਨਾਈਟਰਸ ਆਕਸਾਈਡ ਗੈਸਾਂ ਨੂੰ ਗ੍ਰੀਨ ਹਾਊਸ ਗੈਸਾਂ ਕਿਹਾ ਜਾਂਦਾ ਹੈ। ਇਹ ਸੂਰਜ ਦੀਆਂ ਕਿਰਨਾਂ ਨੂੰ ਰੇਡੀਏਟ ਕਰਕੇ ਧਰਤੀ ਨੂੰ ਗਰਮ ਕਰਦੀਆਂ ਹਨ। ਜੇ ਇਹ ਪੈਸਾ ਨਾ ਹੋਣ ਤਾਂ ਧਰਤੀ ਦਾ ਤਾਪਮਾਨ 0 ਤੋਂ ਹੇਠਾਂ -18 ਡਿਗਰੀ ਸੈਂਟੀਗ੍ਰੇਡ ਆ ਜਾਵੇਗਾ, ਜਿਹੜਾ ਹੁਣ ਔਸਤ 15 ਡਿਗਰੀ ਸੈਂਟੀਗ੍ਰੇਡ ਹੈ। ਇਸੇ ਕਰਕੇ ਹੀ ਧਰਤੀ ਤੇ ਬਨਸਪਤੀ ਅਤੇ ਹਰਿਆਵਲ ਹੈ। ਇਹਨਾਂ ਗੈਸਾਂ ਨੂੰ ਗ੍ਰੀਨ ਹਾਊਸ ਮਤਲਬ ਹਰਿਆਵਲ ਵਾਲੀਆਂ ਗੈਸਾਂ ਕਿਹਾ ਜਾਂਦਾ ਹੈ। ਕੁਦਰਤ ਨੇ ਇਹਨਾਂ ਗੈਸਾਂ ਦਾ ਸੰਤੁਲਨ ਬਣਾਇਆ ਹੋਇਆ ਸੀ। ਇਹਨਾਂ ਸਦਕਾ ਗਰਮੀ, ਸਰਦੀ, ਬਾਰਿਸ਼, ਬਰਫ਼ ਤੇ ਬਨਸਪਤੀ ਆਦਿ ਦਾ ਸੰਤੁਲਨ ਬਣਿਆ ਹੋਇਆ ਸੀ। ਜਿਵੇਂ ਜਿਵੇਂ ਮਨੁੱਖ ਦੀ ਆਬਾਦੀ ਵਧਦੀ ਗਈ ਅਤੇ ਕੁਦਰਤੀ ਸਰੋਤਾਂ ਦੇ ਨਾਲ ਲੋੜ ਮੁਤਾਬਕ ਛੇੜਛਾੜ ਹੁੰਦੀ ਗਈ, ਹਵਾ ਵਿੱਚ ਇਹ ਗੈਸਾਂ ਵਧਣ ਲੱਗੀਆਂ। ਇਹਨਾਂ ਗੈਸਾਂ ਦੇ ਵਧਣ ਨਾਲ ਤਾਪਮਾਨ ਵੱਧਦਾ ਹੈ। ਬਨਸਪਤੀ ਵਿੱਚ ਤਾਂ ਵਾਧਾ ਹੋ ਸਕਦਾ ਹੈ, ਪਰ ਬਰਫ਼ ਪਿਘਲਣ ਨਾਲ ਧਰਤੀ ਦਾ ਤਾਪਮਾਨ ਵੱਧ ਜਾਵੇਗਾ, ਜਿਸ ਕਰਕੇ ਸਮੁੰਦਰ ਵਿੱਚ ਵੀ ਪਾਣੀ ਵੱਧ ਜਾਵੇਗਾ। ਇਸ ਨਾਲ ਸਮੁੰਦਰ ਦੇ ਕਿਨਾਰਿਆਂ ਤੋਂ ਧਰਤੀ ਹੋਰ ਪਾਣੀ ਵਿੱਚ ਡੁੱਬ ਜਾਵੇਗੀ। ਮੌਸਮ ਵਿੱਚ ਤਬਦੀਲੀ ਪਾਣੀ ਦੇ ਚੱਕਰ ਵਿੱਚ ਵੀ ਤਬਦੀਲੀ ਲਿਆਵੇਗੀ। ਵਾਯੂਮੰਡਲ ਤੋਂ ਇਲਾਵਾ ਬਹੁਤੀ ਕਾਰਬਨ ਜ਼ਮੀਨ, ਸਮੁੰਦਰ ਅਤੇ ਬਨਸਪਤੀ ਵਿੱਚ ਹੁੰਦੀ ਹੈ। ਕਾਰਬਨ ਹਰ ਜੀਵ ਵਿੱਚ ਹੁੰਦੀ ਹੈ। ਬੂਟੇ ਖੁਰਾਕ ਬਣਾਉਣ ਲਈ ਕਾਰਬਨ ਵਰਤਦੇ ਹਨ। ਇਹੋ ਖੁਰਾਕ ਜਦੋਂ ਜੀਵ ਜੰਤੂ ਖਾਂਦੇ ਹਨ ਤੇ ਉਹਨਾਂ ਦੇ ਮਲ ਮੂਤਰ ਅਤੇ ਮਰਨ ਤੋਂ ਬਾਅਦ ਗਲ ਸੜ ਕੇ ਇਹ ਕਾਰਬਨ ਫਿਰ ਵਾਯੂਮੰਡਲ ਵਿੱਚ ਆ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਕਾਰਬਨ ਜ਼ਮੀਨ ਵਿੱਚ ਖਣਿਜ ਪਦਾਰਥਾਂ ਦੇ ਤੌਰ ਤੇ ਅਤੇ ਸਮੁੰਦਰ ਵਿੱਚ ਜਮ੍ਹਾਂ ਹੈ, ਉਹ ਵੀ ਵਾਯੂਮੰਡਲ ਨਾਲ ਕੁਝ ਹੱਦ ਤੱਕ ਘੁੰਮਦੀ ਰਹਿੰਦੀ ਹੈ। ਜਦੋਂ ਤੱਕ ਇੰਡਸਟਰੀ ਬਹੁਤੀ ਵਧੀ ਨਹੀਂ ਸੀ ਅਤੇ ਆਬਾਦੀ ਘੱਟ ਸੀ, ਕਾਰਬਨ ਦਾ ਵਾਯੂਮੰਡਲ ਵਿੱਚ ਸੰਤੁਲਨ ਬਣਿਆ ਹੋਇਆ ਸੀ। ਪਰ ਪਿਛਲੀਆਂ ਤਕਰੀਬਨ 2 ਸਦੀਆਂ 'ਚ ਵਧੀ ਆਬਾਦੀ ਅਤੇ ਇੰਡਸਟਰੀ ਨੇ ਵਾਯੂਮੰਡਲ ਵਿੱਚ ਕਾਰਬਨ ਦੀ ਮਾਤਰਾ 1.5 ਗੁਣਾ ਕਰ ਦਿੱਤੀ ਹੈ। ਵਾਯੂਮੰਡਲ ਵਿੱਚ 1750 ਵਿੱਚ 280 ppm, 280 ਹਿੱਸੇ 10 ਲੱਖ ਮਗਰ ਕਾਰਬਨ ਡਾਈਆਕਸਾਈਡ ਸੀ, ਜੋ ਹੁਣ ਵੱਧ ਕੇ 421 ppm ਤੱਕ ਪਹੁੰਚ ਗਈ ਹੈ। 1950 ਵਿੱਚ ਪ੍ਰਤੀ ਸਾਲ ਵਾਯੂਮੰਡਲ ਵਿੱਚ 600 ਕਰੋੜ ਟਨ ਕਾਰਬਨ ਡਾਈਆਕਸਾਈਡ ਗੈਸ ਵੱਖ-ਵੱਖ ਸਰੋਤਾਂ ਤੋਂ ਜਾਂਦੀ ਸੀ। ਇਹ 1990 ਵਿੱਚ ਵੱਧ ਕੇ 2220 ਕਰੋੜ ਟਨ, 2022 ਵਿੱਚ 3900 ਕਰੋੜ ਟਨ, 2023 ਵਿੱਚ 4060 ਹੋ ਗਈ ਅਤੇ 2024 ਦਾ ਅੰਦਾਜ਼ਾ 4160 ਕਰੋੜ ਟਨ ਹੈ। ਇਸ ਵਿੱਚ ਤਕਰੀਬਨ ਅੱਧੀ ਕਾਰਬਨ ਡਾਈਆਕਸਾਈਡ ਫਿਰ ਬਨਸਪਤੀ, ਬਾਰਿਸ਼ ਅਤੇ ਜੀਵ ਜੰਤੂਆਂ ਦੇ ਆਸਰੇ ਦੁਬਾਰਾ ਆਪਣੇ ਮੁੱਢਲੇ ਸਰੋਤਾਂ ਧਰਤੀ ਖਣਿਜ ਪਦਾਰਥਾਂ ਸਮੁੰਦਰ ਵਿੱਚ ਸਮਾਉਂਦੀ ਹੈ। ਜਿਹੜੀ ਕਾਰਬਨ ਗ੍ਰੀਨ ਹਾਊਸ ਗੈਸਾਂ ਦੇ ਰੂਪ ਵਿੱਚ ਵਾਯੂਮੰਡਲ ਵਿੱਚ ਰਹਿ ਜਾਂਦੀ ਹੈ, ਉਹ ਹੀ ਧਰਤੀ ਦੇ ਤਾਪਮਾਨ ਵਧਾਉਣ ਵਿੱਚ ਯੋਗਦਾਨ ਪਾਉਂਦੀ ਹੈ। ਸਭ ਤੋਂ ਜ਼ਿਆਦਾ ਕਾਰਬਨ ਡਾਈਆਕਸਾਈਡ ਕੋਲੇ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਨਾਲ ਨਿਕਲਦੀ ਹੈ। 1 ਕਿਲੋ ਕੋਲਾ ਬਾਲਣ ਨਾਲ 242 ਕਿਲੋ ਕਾਰਬਨ ਡਾਈਆਕਸਾਈਡ ਨਿਕਲਦੀ ਹੈ। ਭਾਰਤ ਵਿੱਚ 1 ਯੂਨਿਟ ਬਿਜਲੀ ਪੈਦਾ ਕਰਨ ਵੇਲੇ ਤਕਰੀਬਨ 1 ਕਿਲੋ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। 1 ਲੀਟਰ ਪੈਟਰੋਲ 2.3 ਕਿਲੋ ਕਾਰਬਨ ਅਤੇ 1 ਲੀਟਰ ਰਸੋਈ ਗੈਸ LPG 1.6 ਕਿਲੋ ਕਾਰਬਨ ਡਾਈਆਕਸਾਈਡ ਪੈਦਾ ਕਰਦੀ ਹੈ। 1 ਸੋਲਰ ਪੈਨਲ ਬਣਾਉਣ ਵੇਲੇ 50 ਗ੍ਰਾਮ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ, ਜਦਕਿ ਵਰਤਣ ਵੇਲੇ ਕੋਈ ਕਾਰਬਨ ਡਾਈਆਕਸਾਈਡ ਪੈਦਾ ਨਹੀਂ ਹੁੰਦੀ। 1970 ਤੋਂ 2011 ਤੱਕ ਕਾਰਬਨ ਡਾਈਆਕਸਾਈਡ ਦੇ ਨਿਕਾਸ ਵਿੱਚ 90% ਦਾ ਵਾਧਾ ਹੋਇਆ ਹੈ। ਇਸ ਵਿੱਚ 78% ਜੈਵਿਕ ਈਂਧਨ, ਕੋਲਾ, ਪੈਟਰੋਲ, ਕੁਦਰਤੀ ਗੈਸ ਅਤੇ ਇੰਡਸਟਰੀ ਦਾ ਯੋਗਦਾਨ ਹੈ। ਦੁਨੀਆ ਭਰ ਵਿੱਚ ਜੈਵਿਕ ਈਂਧਨ, ਬਾਲਟ, ਸੀਮੇਂਟ ਬਣਾਉਣ ਅਤੇ ਗੈਸ ਭੜਕਣਾ ਤੇਲ
ਵਾਲੇ ਖੂਹਾਂ ਵਿੱਚੋਂ ਅੱਗ ਨਿਕਲਣਾ ਨਾਲ ਜੋ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ ਉਸ 'ਚ 30% ਚੀਨ, 15% ਅਮਰੀਕਾ, ਯੂਰਪ 9%, ਭਾਰਤ 9%, ਰੂਸ 5%, ਜਾਪਾਨ 4% ਅਤੇ ਬਾਕੀ ਦੇਸ਼ 30% ਬਣਾਉਂਦੇ ਹਨ। ਬਾਕੀ 22% ਗੈਸਾਂ ਜ਼ਮੀਨ ਦੀ ਵਰਤੋਂ ਨਾਲ ਜੁੜੀਆਂ ਹਨ। ਇਹ ਜੰਗਲ ਕੱਟਣ ਅਤੇ ਲਾਉਣ ਨਾਲ ਜਾਂ ਖੇਤੀ ਕਰਨ ਨਾਲ ਜੁੜੀਆਂ ਹਨ। ਇਹਨਾਂ ਦਾ ਨਿਕਾਸ ਅਤੇ ਖਪਤ 800 ਕਰੋੜ ਟਨ ਹੈ। ਅਮਰੀਕਾ ਇਹ ਦਾਅਵਾ ਕਰਦਾ ਹੈ ਕਿ ਉਸ ਦਾ ਕੁੱਲ ਨਿਕਾਸ ਮੰਫੀ ਵਿੱਚ ਜਾਂਦਾ ਹੈ, ਭਾਵ ਕਾਰਬਨ ਜਮ੍ਹਾਂ ਜ਼ਿਆਦਾ ਹੁੰਦੀ ਹੈ ਅਤੇ ਨਿਕਾਸ ਘੱਟ ਹੈ ਜੋ ਵਾਤਾਵਰਣ ਸਾਫ਼ ਕਰਨ ਵਿੱਚ ਮਦਦਗਾਰ ਹੈ। ਅੱਜ ਦੁਨੀਆ ਦੇ ਵਿਕਸਤ ਦੇਸ਼ਾਂ ਵਿੱਚ ਕਾਰਬਨ ਵਪਾਰ ਸ਼ੁਰੂ ਹੋ ਗਿਆ ਹੈ। ਕਾਰਬਨ ਦੇ ਕ੍ਰੈਡਿਟ ਵਿਕਦੇ ਹਨ। 1 ਟਨ ਕਾਰਬਨ ਡਾਈਆਕਸਾਈਡ ਗੈਸ ਨੂੰ 1 ਕ੍ਰੈਡਿਟ ਗਿਣਿਆ ਜਾਂਦਾ ਹੈ। ਕਾਰਬਨ ਕੌਣ ਵੇਚਦਾ ਅਤੇ ਖਰੀਦਦਾ ਹੈ? ਅੰਤਰਰਾਸ਼ਟਰੀ ਪੱਧਰ ਤੇ ਸਾਰੇ ਦੇਸ਼ਾਂ ਨੇ ਹਵਾ ਵਿੱਚ ਗਰੀਨ ਹਾਊਸ ਗੈਸਾਂ ਘਟਾਉਣ ਦੇ ਟੀਚੇ ਮਿੱਥੇ ਹੋਏ ਹਨ। ਮੰਨ ਲਵੋ ਕੋਲੇ ਤੋਂ ਬਿਜਲੀ ਬਣਾਉਣ ਵਾਲੀ ਕੰਪਨੀ ਨੂੰ 10% ਕਾਰਬਨ ਨਿਕਸ ਘਟਾਉਣ ਦਾ ਟੀਚਾ ਦਿੱਤਾ ਗਿਆ ਹੈ। ਉਸਨੇ ਆਪਦੀ 20% ਬਿਜਲੀ ਕੋਲੇ ਦੀ ਥਾਂ ਸੂਰਜੀ ਊਰਜਾ ਤੋਂ ਬਣਾਉਣੀ ਸ਼ੁਰੂ ਕਰ ਦਿੱਤੀ। ਜਿਹੜੀ 10% ਟੀਚੇ ਤੋਂ ਵੱਧ ਗੈਸ ਘਟਾਈ ਉਹ ਕੰਪਨੀ ਦੂਜੀ ਕੰਪਨੀ ਜਿਸ ਤੋਂ ਦਿੱਤੇ ਟੀਚੇ ਮੁਤਾਬਕ ਨਹੀਂ ਘਟੀ, ਉਸ ਨੂੰ ਵੇਚ ਦੇਵੇਗੀ ਅਤੇ ਖਰੀਦਣ ਵਾਲੀ ਕੰਪਨੀ ਸਰਕਾਰੀ ਜੁਰਮਾਨੇ ਤੋਂ ਬਚ ਜਾਵੇਗੀ। ਇਹ ਵਾਪਰ ਯੂਰਪ, ਯੂਕੇ, USA ਦੇ ਕੁਝ ਸੂਬਿਆਂ, ਚੀਨ ਅਤੇ ਨਿਊਜ਼ੀਲੈਂਡ ਵਿੱਚ ਚੱਲਦਾ ਹੈ। ਇਸ ਤੋਂ ਅੱਗ ਯੂਰਪ ਜਿਹੜੀ ਗੈਸ, ਤੇਲ ਜਾਂ ਸੀਮੈਂਟ ਆਦਿ ਖਰੀਦਦਾ ਹੈ ਉਸ ਵਿੱਚ ਕਾਰਬਨ ਦੇ ਹਿਸਾਬ ਨਾਲ ਟੈਕਸ ਲਾਉਣ ਦੀ ਵਿਉਂਤ ਹੈ। ਗਰੀਨ ਹਾਊਸ ਗੈਸਾਂ ਸਭ ਤੋਂ ਵੱਧ ਕੋਲਾ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਜਾਂ ਬਾਲਣ ਨਾਲ ਪੈਦਾ ਹੁੰਦੀਆਂ ਹਨ। ਜਿੱਥੋਂ ਤੱਕ ਹੋ ਸਕੇ ਇਹਨਾਂ ਖਣਿਜ ਪਦਾਰਥਾਂ ਦੀ ਵਰਤੋਂ ਘਟਾ ਕੇ ਊਰਜਾ ਬਾਕੀ ਸਰੋਤਾਂ ਜਿਵੇਂ ਕਿ ਸੂਰਜ ਦੀ ਤਪਸ਼, ਹਵਾ ਅਤੇ ਪਾਣੀ ਦੀ ਉਸਰਜਾ ਤੋਂ ਲਈ ਜਾਵੇ, ਜਿਵੇਂ ਪਹਿਲਾਂ ਪਾਣੀ ਨਾਲ ਘਰਾਟ ਚੱਲਦੇ ਸਨ। ਜਿਹੜੇ ਦੇਸ਼ ਕੋਲਾ ਅਤੇ ਤੇਲ ਵੱਧ ਪੈਦਾ ਕਰਦੇ ਹਨ, ਉਹ ਇਸ ਨੂੰ ਘਟਾਉਣ ਦਾ ਹੁੰਗਾਰਾ ਘੱਟ ਹੀ ਭਰਦੇ ਹਨ। ਇੱਥੋਂ ਤੱਕ ਕਿ ਅਮਰੀਕਾ ਜੋ ਸਭ ਤੋਂ ਵੱਧ ਤੇਲ ਪੈਦਾ ਕਰਦਾ ਹੈ, ਉਹ ਵਿਸ਼ਵ ਪੱਧਰ ਤੇ ਵਾਤਾਵਰਣ ਨੂੰ ਦੇਖਣ ਵਾਲੀ ਸੰਸਥਾ ਤੋਂ ਵੀ ਬਾਹਰ ਹੈ। ਗਿਆ ਸੀ ਰਾਸ਼ਟਰਪਤੀ ਟਰੰਪ ਦੀ ਪ੍ਰਧਾਨਗੀ ਵੇਲੇ। ਉਸ ਤੋਂ ਅਗਲੇ ਰਾਸ਼ਟਰਪਤੀ ਨੇ ਇਸ ਸੰਸਥਾ ਵਿੱਚ ਫੇਰ ਦਾਖਲਾ ਲੈ ਲਿਆ ਸੀ। ਹੁਣ ਦੁਬਾਰਾ ਅਮਰੀਕਾ ਦੀਆਂ ਤੇਲ ਕੰਪਨੀਆਂ ਨੂੰ ਆਸ ਹੈ ਕਿ ਟਰੰਪ ਦੀ ਪ੍ਰਧਾਨਗੀ ਹੇਠਾਂ ਫਿਰ ਅਮਰੀਕਾ ਸੀਓਪੀ ਤੋਂ ਬਾਹਰ ਹੋ ਜਾਵੇਗਾ। ਇਸ ਕਰਕੇ ਕੰਪਨੀਆਂ ਨੇ ਟਰੰਪ ਨੂੰ ਚੋਣਾਂ ਵਾਸਤੇ ਲੱਖਾਂ ਡਾਲਰ ਚੋਣ ਫੰਡ ਵਿੱਚ ਦਿੱਤੇ। ਬੂਟੇ ਫੋਟੋਸਿੰਥੇਸਿਸ ਲਈ ਕਾਰਬਨ ਡਾਈਆਕਸਾਈਡ ਵਰਤਦੇ ਹਨ। ਸੋ ਜਿੰਨਾ ਰਕਬਾ ਜੰਗਲਾਂ ਹੇਠ ਲਿਆਂਦਾ ਜਾ ਸਕਦਾ ਹੈ ਉਨਾ ਹੀ ਕਾਰਬਨ ਘਟਾਉਣ ਵਿੱਚ ਸਫਲ ਹੋਵਾਂਗੇ। ਫਸਲਾਂ ਦੀ ਕਾਰਬਨ ਜਮ੍ਹਾਂ ਕਰਨ ਵਿੱਚ ਸਹਾਈ ਹੁੰਦੀਆਂ ਹਨ, ਪਰ ਇਹਨਾਂ ਦਾ ਸੰਤੁਲਨ ਪਾਣੀ ਦੀ ਉਪਲਬਧਤਾ ਨਾਲ ਵੀ ਜੋੜਨਾ ਪੈਣਾ ਹੈ। ਜਿੰਨੀ ਬਨਸਪਤੀ ਜ਼ਿਆਦਾ ਹੋਵੇਗੀ, ਉਨੀ ਹੀ ਪਾਣੀ ਦੀ ਮੰਗ ਜ਼ਿਆਦਾ ਹੋਵੇਗੀ। ਕਈ ਵਿਕਸਤ ਦੇਸ਼ ਆਸਟ੍ਰੇਲੀਆ ਅਤੇ ਨਾਰਵੇ ਵਗੈਰਾ ਇਸ ਤੇ ਵੀ ਖੋਜ ਕਰ ਰਹੇ ਹਨ ਕਿ ਵਾਯੂਮੰਡਲ ਵਿੱਚੋਂ ਕਾਰਬਨ ਡਾਈਆਕਸਾਈਡ ਜਮ੍ਹਾਂ ਕਰਕੇ ਡੂੰਘੇ ਸਮੁੰਦਰ ਹੇਠਾਂ ਇੱਕ ਟੀਕੇ ਵਾਂਗੂ ਜਮ੍ਹਾਂ ਕਰ ਦਿੱਤੀ ਜਾਵੇ। ਆਸਟ੍ਰੇਲੀਆ ਦਾ 2027 ਦਾ ਟੀਚਾ ਹੈ। ਕੁੱਲ ਮਿਲਾ ਕੇ ਵਾਤਾਵਰਣ ਦਾ ਸੰਤੁਲਨ ਰੱਖਣ ਲਈ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਆਮਦ ਘਟਾਉਣੀ ਪੈਣੀ ਹੈ। ਉਸ ਦਾ ਸੰਤੁਲਨ ਇਸ ਤਰ੍ਹਾਂ ਬਣਾਇਆ ਜਾਵੇ ਕਿ ਸਾਡੇ ਦੇਸ਼ ਦੀ ਆਰਥਿਕਤਾ ਤੇ ਵੀ ਅਸਰ ਨਾ ਪਵੇ। ਇਸ ਸੰਬੰਧੀ ਪਾਇਦਾਰ ਨੀਤੀ ਬਣਾਉਣ ਦੀ ਲੋੜ ਹੈ।